सत श्री अकाल जी सारे ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ ਐਂਡ ਵੈਲਕਮ ਟੂ ਆਰ ਰਿਵੀਜ਼ਨ ਮੋਡਿਊਲ ਫॉर ਪੰਜਾਬ ਕੋਆਪਰੇਟਿਵ ਇੰਸਪੈਕਟਰ ਐਗਜ਼ਾਮੀਨੇਸ਼ਨ। ਟੁਡੇ ਇਜ਼ ਲੈਕਚਰ ਨੰਬਰ 3 ਤੇ ਇਸ ਲੈਕਚਰ ਸੀਰੀਜ਼ ਦੇ ਵਿੱਚ ਅਸੀਂ ਇਕਨੋਮਿਕਸ ਦਾ ਪੋਰਸ਼ਨ ਪੂਰਾ ਕਵਰ ਕਰ ਰਹੇ ਹਾਂ। ਜੀਕੇ ਦਾ ਪਾਰਟ ਹੈ ਤੁਹਾਡਾ ਇਕਨੋਮਿਕਸ ਦਾ ਪੂਰਾ ਪੋਰਸ਼ਨ ਅਸੀਂ ਕਵਰ ਕਰ ਰਹੇ ਹਾਂ ਥਰੂ MCQs। ਤਾਂ MCQ ਰਾਹੀਂ ਤੁਹਾਡੀ ਪੂਰੇ ਇਕਨੋਮਿਕਸ ਪੋਰਸ਼ਨ ਦੀ ਰਿਵੀਜ਼ਨ ਕਰਾ ਦਾਂਗੇ ਅਸੀਂ। ਨਾਓ ਟੁਡੇ ਇਜ਼ ਲੈਕਚਰ ਨੰਬਰ 3 ਤੇ ਜਿਹੜੇ ਟੌਪਿਕਸ ਅਸੀਂ ਕਵਰ ਕਰਨ ਜਾ ਰਹੇ ਹਾਂ ਉਹ ਹੈਗੇ ਹੈ ਫਿਸਕਲ ਪॉलिसी यानी कि गवर्नमेंट बजट एंड ऑल। ते दूजा टॉपिक हैगा एक्सटर्नल सेक्टर जिस दे विच बैलेंस ऑफ पेमेंट एक्सचेंज रेट वगैरह रुपी ते डॉलर दा एक्सचेंज रेट ਅਸੀਂ कवर ਕਰਦੇ ਹਾਂ। ठीक है ते ਇਹ ਦੋ टॉपिक्स ਨੂੰ ਅਸੀਂ कवर ਕਰਾਂਗੇ थ्रू 25 MCQs। ऑलराइट ਤਾਂ MCQs ਰਾਹੀਂ ਇਹ ਦੋ टॉपिक्स ਦੀ ਅਸੀਂ ਰਿਵੀਜ਼ਨ ਕਰਾਂਗੇ। ऑलराइट चलो फिर बिना किसी देरी देना लेट्स जंप ऑन टू द क्वेश्चन। MCQ ਤੇ ਜੰਪ ਕਰਦੇ ਹਾਂ। क्वेश्चन नंबर 1 with reference to central government पे कर्जा, consider the following statements. Public debt comprises the majority of external debt. पूरे इंडिया दे उत्ते जिन्ना external debt है उस external debt दे विच सब तो ज्यादा शेयर government debt दा है, private debt दा नहीं। ठीक है, statement 1 debt to GDP ratio declined steadily after the enactment of FRBM Act 2003। ठीक है, ਤਾਂ ਇਹ ਦੋ ਸਟੇਟਮੈਂਟਸ ਨੂੰ ਅਸੀਂ ਦੇਖਦੇ ਹਾਂ। देखो इंडिया ਦੇ ਉੱਤੇ ਜਿਹੜਾ ਐਕਸਟਰਨਲ ਡੈਟ ਹੈ ਨਾ ਉਸ ਦੇ ਵਿੱਚ ਜ਼ਿਆਦਾ ਸ਼ੇਅਰ ਪ੍ਰਾਈਵੇਟ ਸੈਕਟਰ ਦਾ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਪਿਛਲੇ ਸਾਲ ਦੇ ਇਕਨੋਮਿਕ ਸਰਵੇ ਇਸ ਸਾਲ ਦੇ ਇਕਨੋਮਿਕ ਸਰਵੇ ਦੇ ਵਿੱਚ ਡੇਟਾ ਆਇਆ ਇੰਡੀਆ ਦੇ ਉੱਤੇ ਨਾ ਐਕਸਟਰਨਲ ਡੈਟ ਹੈਗਾ 117 ਲੱਖ ਕਰੋੜ ਦਾ। ਠੀਕ ਹੈ, ਉਹਦੇ ਚੋਂ ਸਿਰਫ 6 ਲੱਖ ਕਰੋੜ ਗਵਰਨਮੈਂਟ ਦਾ ਹੈ, ਬਾਕੀ ਸਾਰਾ ਪ੍ਰਾਈਵੇਟ ਲੋਕਾਂ ਨੇ ਡੈਟ ਚੱਕਿਆ ਹੋਇਆ ਐਕਸਟਰਨਲ ਸੋਰਸਸ ਤੋਂ। ਤਾਂ ਇਸੇ ਕਰਕੇ ਪਬਲਿਕ ਡੈਟ ਕੰਪਰਾਈਜ਼ਸ ਦ ਮੈਜੋਰਿਟੀ ਆਫ ਐਕਸਟਰਨਲ ਡੈਟ। ਬਿਲਕੁਲ ਗਲਤ ਹੈ। ਠੀਕ ਹੈ, ਹਾਂ गवर्नमेंट ਦੇ ਉੱਤੇ ਜਿਹੜਾ ਡੈਟ ਹੈ that has steadily declined after fiscal responsibility and budgetary management act। FRBM act ਲੈ ਕੇ ਇਸ ਕਰਕੇ ਆਏ ਸੀ, ਲੈ ਕੇ ਇਸ ਲਈ ਆਏ ਸੀ ਕਿ ਯਾਰ ਗਵਰਨਮੈਂਟ ਦੇ ਉੱਤੇ ਡੈਟ ਕੱਟ ਕੀਤਾ ਜਾ ਸਕੇ, ਹੈ ਨਾ। ਤਾਂ FRBM act ਜਦੋਂ ਦਾ ਇਨੈਕਟ ਕੀਤਾ ਹੋਇਆ ਹੈ, ਜਦੋਂ ਦਾ ਇਨੈਕਟਮੈਂਟ ਇਹਦੀ ਹੋਈ ਹੈ, from then onwards ਗਵਰਨਮੈਂਟ ਆਫ ਇੰਡੀਆ ਦੇ ਉੱਤੇ ਪਬਲਿਕ ਡੈਟ ਘਟਿਆ ਹੈ। ठीक है, इसे करके डेट टू जीडीपी रेशियो हैज डिक्लाइंड स्टेडीली आफ्टर द इनैक्टमेंट ऑफ FRBM एक्ट। बिल्कुल सही स्टेटमेंट है, तुसी याद रखनी है। ठीक है, तो करेक्ट पूछा हुआ ओनली 2। ऑलराइट, चलो नेक्स्ट क्वेश्चन। व्हिच ऑफ द फॉलोइंग इज आर इंक्लूडेड इन द रेवेन्यू अकाउंट ऑफ द बजट। ना तुसी जानते हो कि जेड़ा बजट हैगा ना सरकार दा उस ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ, है ना। जेड़ा बजट ਹੁੰਦਾ है ਉਸ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ। ਪਹਿਲਾ ਭਾਗ ਹੈਗਾ ਰੈਵਨਿਊ ਅਕਾਊਂਟ, ਦੂਜਾ ਹੈਗਾ ਕੈਪੀਟਲ। ਨਾ ਤੁਹਾਨੂੰ ਇਸ ਕੁਐਸਚਨ ਦੇ ਵਿੱਚ ਨਾ 4 ਐਗਜ਼ਾਮਪਲ ਦਿੱਤੇ ਹੋਏ ਹਨ। ਠੀਕ ਹੈ, ਤੁਸੀਂ ਦੱਸਣਾ ਕਿਹੜਾ ਰੈਵਨਿਊ ਅਕਾਊਂਟ ਦਾ ਪਾਰਟ। ਤਾਂ ਡਿਸਇਨਵੈਸਟਮੈਂਟ ਪ੍ਰੋਸੀਡਸ, ਗਵਰਨਮੈਂਟ ਜਦ ਆਪਣੀ PSU ਵੇਚ ਦਿੰਦੀ ਹੈ ਜਾਂ ਉਹਦੇ ਵਿੱਚ ਕੁਝ ਸ਼ੇਅਰਸ ਵੇਚ ਦਿੰਦੀ ਹੈ। ਫॉर ਐਗਜ਼ਾਮਪਲ ਗਵਰਨਮੈਂਟ ਦੀ ਕੰਪਨੀ ਹੈਗੀ ਹੈ ONGC ਦੇ 20% ਗਵਰਨਮੈਂਟ ਜਦ ਸ਼ੇਅਰ ਵੇਚਦੀ ਹੈ ਨਾ ਤਾਂ ਗਵਰਨਮੈਂਟ ਆਪਣਾ ਐਸੈਟ ਘਟਾ ਰਹੀ ਹੈ। ਠੀਕ ਹੈ, ਤਾਂ ਉਹ 20% ਸ਼ੇਅਰ ਵੇਚ ਕੇ ਗਵਰਨਮੈਂਟ ਦੇ ਕੋਲ ਜਿਹੜਾ ਪੈਸਾ ਆਇਆ ਉਹ ਕੈਪੀਟਲ ਰਿਸੀਟ ਦਾ ਪਾਰਟ। ਠੀਕ ਹੈ, ਤਾਂ ਇਹ ਰੈਵਨਿਊ ਅਕਾਊਂਟ ਦਾ ਪਾਰਟ ਨਹੀਂ ਹੈ। RBI ਤੋਂ ਜਦ ਗਵਰਨਮੈਂਟ ਆਫ ਇੰਡੀਆ ਬੋਰੋ ਕਰਦੀ ਹੈ, ਲੋਨ ਲੈਂਦੀ ਹੈ, ਉਹ ਵੀ ਕੈਪੀਟਲ ਅਕਾਊਂਟ ਦਾ ਪਾਰਟ ਹੁੰਦਾ ਹੈ ਤੇ ਇਹ ਵੀ ਰੈਵਨਿਊ ਅਕਾਊਂਟ ਨਹੀਂ ਹੈ। ਹਾਂ, ਗਵਰਨਮੈਂਟ ਨੇ ਜਿਹੜਾ ਲੋਨ ਚੱਕਿਆ ਹੋਇਆ ਹੈ RBI ਤੋਂ, ਵਰਲਡ ਬੈਂਕ ਤੋਂ, ਹੋਰ ਬਥੇਰੇ ਸੋਰਸਸ ਤੋਂ, ਉਹਦੇ ਉੱਤੇ ਜਿਹੜੀ ਇੰਟਰਸਟ ਪੇਮੈਂਟਸ ਹੋ ਰਹੀ ਹੈ ਨਾ, फॉर एग्जाम्पल गवर्नमेंट ने ना 6 लाख करोड़ का लोन चक्या हुआ है वर्ल्ड बैंक तो। ठीक है, तो वो लोन चक्या हुआ है फॉर अ पीरियड ऑफ 5 ईयर्स ते हर साल इंटरेस्ट पेमेंट जारी ने। तो वो जिहड़ी इंटरेस्ट पेमेंट्स हैगियां वो रेवेन्यू एक्सपेंडिचर का पार्ट हुंदा है, रेवेन्यू अकाउंट का पार्ट हुंदा है। ठीक है, प्राइवेट रेमिटेंसेस फ्रॉम अब्रॉड। प्राइवेट रेमिटेंसेस का मतलब की हुंदा है ਤੁਹਾਡਾ ਕੋਈ ਭਰਾ ਹੈਗਾ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਜਿਹੜਾ ਬਾਹਰ ਕੰਮ ਕਰ ਰਿਹਾ ਹੈ USA ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਤੇ ਉਹ ਆਪਣੀ ਕਮਾਈ ਚੋਂ ਕੁਝ ਹਿੱਸਾ ਘਰ ਭੇਜਦਾ ਹੈ ਨਾ। ਘਰ ਪੈਸੇ ਭੇਜਦੇ ਆ ਆਪਣੇ ਬੰਦੇ ਬਾਹਰ ਜਿਹੜੇ ਕੰਮ ਕਰ ਰਹੇ ਹਨ। ਤਾਂ ਉਹ ਜਿਹੜੇ ਘਰ ਪੈਸੇ ਭੇਜ ਰਹੇ ਆ, ਇੰਡੀਆ ਦੇ ਵਿੱਚ ਪੈਸੇ ਭੇਜ ਰਹੇ ਆ, ਉਹਨਾਂ ਨੂੰ ਅਸੀਂ ਰੈਮਿਟੈਂਸਿਸ ਕਹਿੰਦੇ ਆ। ਠੀਕ ਹੈ, ਪ੍ਰਾਈਵੇਟ ਰੈਮਿਟੈਂਸਿਸ ਕਹਿੰਦੇ ਨਾ। ਉਹ ਜਿਹੜਾ ਤੁਹਾਡਾ ਰਿਸ਼ਤੇਦਾਰ ਬਾਹਰੋਂ ਪੈਸੇ ਭੇਜ ਰਿਹਾ ਤੁਹਾਡੇ ਘਰ, ਠੀਕ ਹੈ, ਉਹ ਗਵਰਨਮੈਂਟ ਦੇ ਬਜਟ ਦੇ ਵਿੱਚ ਥੋੜੀ ਆਣਾ ਹੈ। ਉਹ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾ ਰਿਹਾ ਹੈ, ਗਵਰਨਮੈਂਟ ਦੇ ਅਕਾਊਂਟ ਦੇ ਵਿੱਚ ਥੋੜੀ ਪੈਸੇ ਪਾ ਰਿਹਾ ਹੈ। ਇਸੇ ਕਰਕੇ ਪ੍ਰਾਈਵੇਟ ਰੈਮਿਟੈਂਸਿਸ ਜਿਹੜੀਆਂ ਹੁੰਦੀਆਂ ਉਹ ਗਵਰਨਮੈਂਟ ਬਜਟ ਦੇ ਹਿੱਸਾ ਹੀ ਨਹੀਂ ਹੁੰਦੀ, है ना। ਤੇ ਨਾ ਤਾਂ ਪ੍ਰਾਈਵੇਟ ਰੈਮਿਟੈਂਸਿਸ ਰੈਵਨਿਊ ਅਕਾਊਂਟ ਦਾ ਪਾਰਟ ਹੈ, ਕੈਪੀਟਲ ਅਕਾਊਂਟ ਦਾ ਪਾਰਟ ਹੈ, ਕਿਉਂਕਿ ਪ੍ਰਾਈਵੇਟ ਰੈਮਿਟੈਂਸਿਸ ਤਾਂ ਤੁਹਾਨੂੰ ਭੇਜ ਰਿਹਾ ਤੁਹਾਡਾ ਰਿਸ਼ਤੇਦਾਰ,
गवर्नमेंट ਨੂੰ ਨਹੀਂ ਭੇਜ ਰਿਹਾ, ਇਸੇ ਕਰਕੇ ਬਜਟ ਦਾ ਹਿੱਸਾ ਹੀ ਨਹੀਂ ਹੈ वो, रेवेन्यू कैपिटल अकाउंट ਦਾ ਕੀ ਕਰੀਏ? ਤਾਂ ਇਸੇ ਕਰਕੇ this is also wrong. The correct answer to this question is C. ठीक है, 3 only. आगे चलते हैं. Next, dividends on PSU shares come under which category? Now जब भी तुसी a word encounter करोगे ना questions ਦੇ ਵਿੱਚ, MCQs ਦੇ ਵਿੱਚ, dividends on PSU, ਪਹਿਲੀ ਗੱਲ ਤਾਂ PSU ਕੀ ਹੁੰਦਾ? ਪਬਲਿਕ ਸੈਕਟਰ ਅੰਡਰਟੇਕਿੰਗ। ਇਹ ਗਵਰਨਮੈਂਟ ਦੀ ਕੰਪਨੀਆਂ ਹੁੰਦੀਆਂ ਤੇ ਗਵਰਨਮੈਂਟ ਨੂੰ ਇਹ ਕੰਪਨੀਆਂ ਚੋਂ ਜਿਹੜਾ ਪ੍ਰੋਫਿਟ ਹੁੰਦਾ ਹੈ ਨਾ, ਗਵਰਨਮੈਂਟ ਦਾ ਪ੍ਰੋਫਿਟ ਫਰੋਮ ਥੀਸ ਕੰਪਨੀਆਂ ਇਜ਼ ਨੋਨ ਐਜ਼ ਡਿਵੀਡੈਂਡ। ਠੀਕ ਹੈ, ਤੇ ਗਵਰਨਮੈਂਟ ਦੀ ਕੰਪਨੀਆਂ ਚੋਂ ਗਵਰਨਮੈਂਟ ਜੋ ਪ੍ਰੋਫਿਟ ਕਮਾ ਰਹੀ ਹੈ ਉਹ ਰੈਵਨਿਊ ਅਕਾਊਂਟ ਦਾ ਪਾਰਟ ਹੁੰਦਾ। ਠੀਕ ਹੈ, ਤੇ ਗਵਰਨਮੈਂਟ ਨੂੰ ਤਾਂ ਰਿਸੀਟ ਹੋ ਰਹੀ ਹੈ ਇਸ ਦੀ, ਗਵਰਨਮੈਂਟ ਦਾ ਐਕਸਪੈਂਡੀਚਰ ਥੋੜੀ ਹੋ ਰਿਹਾ ਹੈ। ਗਵਰਨਮੈਂਟ ਜਿਹੜਾ ਪ੍ਰੋਫਿਟ ਕਮਾ ਰਹੀ ਹੈ ਉਹ ਗਵਰਨਮੈਂਟ ਕੋਲ ਹੀ ਆ ਰਿਹਾ ਨਾ, ਇਸੇ ਕਰਕੇ ਉਹ ਰਿਸੀਟ ਹੈਗੀ ਹੈ। ਪਰ ਕਿਹੜੀ ਰਿਸੀਟ ਹੈਗੀ ਹੈ? ਰੈਵਨਿਊ ਰਿਸੀਟ। ਠੀਕ ਹੈ, ਪ੍ਰੋਫਿਟਸ ਜਿਹੜੇ ਹੁੰਦੇ ਆ, ਡਿਵੀਡੈਂਡਸ ਜਿਹੜੇ ਹੁੰਦੇ ਆ, ਇੰਟਰਸਟ ਪੇਮੈਂਟ ਜਿਹੜੀਆਂ ਹੁੰਦੀਆਂ, ਟੈਕਸ ਤੋਂ ਜਿਹੜਾ ਪੈਸਾ ਗਵਰਨਮੈਂਟ ਕਮਾ ਰਹੀ ਹੈ ਉਹ ਸਾਰਾ ਰੈਵਨਿਊ ਅਕਾਊਂਟ ਦਾ ਪਾਰਟ ਹੈ। ਠੀਕ ਹੈ, ਰੈਵਨਿਊ ਰਿਸੀਟ ਦਾ ਪਾਰਟ ਹੈ। ਇਸੇ ਕਰਕੇ ਇਸ ਕੁਐਸਚਨ ਦਾ ਆਨਸਰ ਇਜ਼ A. ऑलराइट, चलो आगे चलते हैं. The term base erosion and profit shifting is sometimes seen in the news in the context of, now base erosion and profit shifting ਤੁਸੀਂ ਯਾਦ ਰੱਖਣਾ, ਇਸ ਦਾ ਮਤਲਬ ਪਤਾ ਕੀ ਹੈ? ਇਹ ਜਿਹੜੀ ਮਲਟੀਨੈਸ਼ਨਲ ਕੰਪਨੀਆਂ ਨਹੀਂ ਹੁੰਦੀ, ਵੱਡੀ ਵੱਡੀਆਂ ਕੰਪਨੀਆਂ ਜਿੱਦਾਂ ਹੋ ਗਈ ਆਪਣਾ ਐਪਲ ਹੋ ਗਈ, ਐਮਾਜ਼ਨ ਹੋ ਗਈ, ਜਿਹੜੀ ਡਿਫਰੈਂਟ ਕੰਟਰੀਜ਼ ਦੇ ਵਿੱਚ ਕੰਮ ਕਰ ਰਹੀ ਹੈ। ਇੰਡੀਆ ਦੇ ਵਿੱਚ ਵੀ ਉਹਨਾਂ ਦਾ ਕੰਮ ਹੈ, ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦਾ ਕੰਮ ਹੈ, USA ਦੇ ਵਿੱਚ ਵੀ ਹੈ, ਯੂਰਪ ਦੇ ਵਿੱਚ ਵੀ ਉਹਨਾਂ ਦਾ ਕੰਮ ਹੈ। ਇਹਨਾਂ ਨੂੰ ਅਸੀਂ ਮਲਟੀਨੈਸ਼ਨਲ ਕੰਪਨੀਆਂ ਕਹਿੰਦੇ ਹਾਂ। ਨਾ ਮਲਟੀਨੈਸ਼ਨਲ ਕੰਪਨੀਆਂ ਨਾ ਜਿਹੜੀ ਸਟ੍ਰੈਟਜੀਜ਼ ਇੰਪਲੋਏ ਕਰਦੀਆਂ ਟੂ ਸੇਵ ਟੈਕਸਿਸ। ਫॉर एग्जांपल ਐਮਾਜ਼ਨ ਨਾ ਇੰਡੀਆ ਦੇ ਵਿੱਚ ਕੰਮ ਕਰ ਰਹੀ ਹੈ ਤੇ ਐਮਾਜ਼ਨ ਨੂੰ ਡਰ ਹੈ ਕਿ ਯਾਰ ਇੰਡੀਅਨ ਗਵਰਨਮੈਂਟ ਨਾ ਉਹਦੇ ਉੱਤੇ ਟੈਕਸ ਲਾ ਦੂਗੀ ਠੀਕ ਠਾਕ, ਤਾਂ ਉਹ ਟੈਕਸ ਤੋਂ ਬਚਣ ਲਈ ਜਿਹੜੀ ਸਟ੍ਰੈਟਜੀਜ਼ ਇੰਪਲੋਏ ਕਰਦੀਆਂ ਨਾ ਇਹ MNCs, ਇਹ ਸਟ੍ਰੈਟਜੀਜ਼ ਨੂੰ ਅਸੀਂ BEPS ਸਟ੍ਰੈਟਜੀਜ਼ ਕਹਿੰਦੇ ਆ, base erosion and profit shifting strategies. The base erosion and profit shifting strategies are those strategies that are employed by multinational companies to save on taxes. Taxes cut ਕਰਨ ਦੀ ਇੱਕ strategy ਹੁੰਦੀ ਹੈ। ठीक है, तो इसे करके इस क्वेश्चन का आंसर की है curbing of tax evasion by MNC। बाकी सारे ऑप्शंस ਤੁਸੀਂ देखो मिलते ही नहीं है, टैक्स का कोई लेना देना नहीं है, माइनिंग ऑपरेशन नाल नहीं रिलेटेड है, जेनेटिक रिसोर्सेज का तो कोई लेना देना ही नहीं है, एनवायरमेंटल का भी कोई लेना देना नहीं है, टैक्स नाल इसका लेना देना है BEPS का। इसे करके द करेक्ट आंसर इज B। ठीक है, चलो लेट्स मूव फॉरवर्ड। कंसीडर द फॉलोइंग स्टेटमेंट्स अबाउट लैफर कर्व। नाउ इस क्वेश्चन को अटेम्प्ट करने तो पहला मैं ਤੁਹਾਨੂੰ लैफर कर्व एक्सप्लेन कर दूंगा। ठीक है, देखो लैफर कर्व पता की है? लैफर कर्व ना एक ग्राफ है ਜਿਹੜਾ मैच करता है टैक्स, मैप करता है रिलेशनशिप बिटवीन टैक्स रेट एंड टैक्स कलेक्शंस या टैक्स रेवेन्यू गवर्नमेंट ਨੂੰ ਜਿਹੜਾ ਆ ਰਿਹਾ है। ठीक है, ਤੇ ਇਸ ਦੀ ਸ਼ੇਪ ਇਨਵਰਟਡ ਯੂ ਹੈਗੀ ਹੈ ਨਾ। ਇਸ ਦਾ ਮਤਲਬ ਕੀ ਹੈ ਕਿ ਜਿੱਦਾਂ ਜਿੱਦਾਂ ਸਰਕਾਰ ਟੈਕਸ ਦਾ ਰੇਟ ਵਧਾਉਂਦੀ ਜਾਊਗੀ ਟੈਕਸ ਰੈਵਨਿਊ ਵੱਧਦਾ ਜਾਊਗਾ, ਪਰ ਜੇ ਸਰਕਾਰ ਇੱਕ ਲਿਮਿਟ ਤੋਂ ਆ ਹੈਗੀ ਹੈ ਲਿਮਿਟ, ਇੱਕ ਲਿਮਿਟ ਤੋਂ ਜ਼ਿਆਦਾ ਟੈਕਸ ਰੇਟ ਕਰ ਦਿੰਦੀ ਹੈ, ਲੋਕੀ ਟੈਕਸ ਪੇ ਕਰਨਾ ਹੀ ਛੱਡ ਦਿੰਦੇ ਆ। ਇਸੇ ਕਰਕੇ ਸਰਕਾਰ ਦੇ ਨਾ ਟੈਕਸ ਰੈਵਨਿਊ ਘੱਟ ਹੋ ਜਾਂਦੇ ਆ। ਮੇਕ ਸੈਂਸ ਹੈ ਨਾ? ਜੇ ਸਰਕਾਰ ਤੁਹਾਡੇ ਉੱਤੇ 80% ਇਨਕਮ ਟੈਕਸ ਲਾ ਦੇ ਤਾਂ ਫਿਰ ਤੁਸੀਂ ਟੈਕਸ ਥੋੜੀ ਪੇ ਕਰੋਗੇ। ਤਾਂ ਸਰਕਾਰ ਨੂੰ ਕਿਹਾ ਜਾਂਦਾ ਹੈ ਕਿ ਦੇਖੋ ਤੁਸੀਂ ਟੈਕਸ ਵਧਾਓ ਪਰ ਇੱਕ ਲੈਵਲ ਤੱਕ ਹੀ ਵਧਾਓ, ਉਸ ਤੋਂ ਜ਼ਿਆਦਾ ਜੇ ਤੁਸੀਂ ਵਧਾਓਗੇ ਤਾਂ ਲੋਕੀ ਟੈਕਸ ਅਵੋਇਡੈਂਸ, ਟੈਕਸ ਇਵੇਜਨ, ਟੈਕਸ ਪੇ ਕਰਨਾ ਹੀ ਛੱਡ ਦੇਣਗੇ, ਹੈ ਨਾ? ਤਾਂ ਲੈਫਰ ਕਰਵ ਕਹਿੰਦਾ ਕਿ ਟੈਕਸ ਰੇਟ ਵਧਾਓ, ਇੱਕ ਲੈਵਲ ਤੱਕ ਟੈਕਸ ਰੈਵਨਿਊ ਵਧੇਗਾ, ਫਿਰ ਉਸ ਤੋਂ ਬਾਅਦ ਤੁਸੀਂ ਜੇ ਟੈਕਸ ਰੇਟ ਵਧਾਉਂਦੇ ਜਾਓਗੇ ਤਾਂ ਟੈਕਸ ਰੈਵਨਿਊ ਘਟਣਾ ਸ਼ੁਰੂ ਹੋ ਜਾਊਗਾ ਬਿਕਾਜ਼ ਪੀਪਲ ਵੁੱਡ ਸਟਾਪ ਪੇਇੰਗ ਟੈਕਸਸ। ਨਾਓ ਦਿਸ ਇਜ਼ ਲੈਫਰ ਕਰਵ। ਨਾਓ ਸਟੇਟਮੈਂਟਸ ਦੇਖਦੇ ਹਾਂ। It shows the relationship between tax revenue and tax rate। बिल्कुल सही, tax revenue ਤੇ tax rate ਦਾ relationship ਦੱਸ ਰਿਹਾ ਹੈ। According to it, tax revenue is directly proportional to tax rate। ਨਾ, directly proportional ਨਹੀਂ ਹੈ। Directly proportional ਦਾ ਤਾਂ ਗ੍ਰਾਫ ਇਸ ਤਰ੍ਹਾਂ ਹੁੰਦਾ ਹੈ, inversely proportional ਦਾ ਗ੍ਰਾਫ ਇਸ ਤਰ੍ਹਾਂ ਹੁੰਦਾ ਹੈ, downward sloping। ਇਹ ਕੀ ਹੈ? inverted U shape ਹੈਗੀ ਹੈ कि एक लेवल तक ਤਾਂ डायरेक्टली प्रोपोर्शनल है, फिर उस तो ज्यादा ਤੁਸੀਂ टैक्स रेट ਵਧਾਤਾ ਤਾਂ इनवर्सली प्रोपोर्शनल है, इन्वर्टेड यू शेप है। ਤਾਂ ਇਸੇ ਕਰਕੇ दिस स्टेटमेंट इज फॉल्स, ओनली 1 A। ठीक है जी, चलो आगे चलते हैं। कंसीडर द फॉलोइंग स्टेटमेंट्स रिगार्डिंग टैक्स पेयर्स चार्टर। मैं ਤੁਹਾਨੂੰ ਪਤਾ ਹੈ ਸਰਕਾਰ ਨੇ ਨਾ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਇਹ ਟੈਕਸ ਪੇਅਰ ਚਾਰਟਰ ਇੰਟਰੋਡਿਊਸ ਕੀਤਾ ਹੈ।
ਇਹ ਟੈਕਸ ਪੇਅਰ ਚਾਰਟਰ ਪਤਾ ਕੀ ਹੈ? ਇੱਕ ਨਾ ਚਾਰਟਰ ਹੈ, ਇੱਕ ਪਲੇਨ ਪੀਸ ਆਫ ਪੇਪਰ ਹੈ, ਉਸ ਦੇ ਵਿੱਚ ਨਾ ਜਿਹੜੇ ਟੈਕਸ ਆਫੀਸ਼ੀਅਲ ਹੈ, ਇਨਕਮ ਟੈਕਸ ਡਿਪਾਰਟਮੈਂਟ 'ਚ ਜਿਹੜੇ ਕੰਮ ਕਰ ਰਹੇ ਹਨ, ਉਹਨਾਂ ਦੀ ਰਿਸਪੌਂਸਿਬਿਲਿਟੀਜ਼ ਲਿਖੀਆਂ ਹੁੰਦੀਆਂ, ਤੇ ਜਿਹੜੇ ਟੈਕਸ ਪੇਅਰ ਹੁੰਦੇ ਆ ਅਸੀਂ, ਉਹਨਾਂ ਦੀ ਰਿਸਪੌਂਸਿਬਿਲਿਟੀ ਦਿੱਤੀ ਹੁੰਦੀ ਹੈ। ਠੀਕ ਹੈ, ਤੇ ਇਹ ਟ੍ਰਾਂਸਪੇਰੈਂਟ ਤਰੀਕੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਜਾਂਦੀ ਹੈ ਇਹ ਲਿਸਟ। ਠੀਕ ਹੈ, ਇਸ ਲਿਸਟ ਦੇ ਵਿੱਚ ਟੈਕਸ ਆਫੀਸ਼ੀਅਲ ਦੀ ਸਾਰੀ ਆਬਲੀਗੇਸ਼ਨਸ ਹੈਗੀਆਂ, ਟੈਕਸ ਪੇਅਰ ਦੀ ਸਾਰੀ ਆਬਲੀਗੇਸ਼ਨਸ ਹੈਗੀਆਂ। ਨਾਓ ਕੱਲ ਨੂੰ ਤੁਸੀਂ, ਤੁਹਾਡਾ ਚੱਕਰ ਲੱਗਦਾ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ, ਤੁਹਾਡਾ ਕੋਈ ਕੇਸ ਲੱਗ ਗਿਆ, ਠੀਕ ਹੈ, ਉੱਥੇ ਤੁਸੀਂ ਜਾਂਦੇ ਹੋ ਤੇ ਟੈਕਸ ਆਫੀਸ਼ੀਅਲ ਨਾਲ ਤੁਹਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ, ਤੇ ਤੁਸੀਂ ਇਸ ਟੈਕਸ ਚਾਰਟਰ ਤੇ ਦੇਖਦੇ ਹੋ, ਤੁਸੀਂ ਕਹਿੰਦੇ ਹੋ ਕਿ ਦੇਖਿਓ ਜੀ ਇਨਕਮ ਟੈਕਸ ਆਫੀਸ਼ੀਅਲ, ਤੁਹਾਡੀ ਰਿਸਪੌਂਸਿਬਿਲਿਟੀ ਹੈਗੀ ਹੈ ਇਹ ਮੈਂ ਟੈਕਸ ਪੇਅਰ ਚਾਰਟਰ ਤੋਂ ਦੇਖਿਆ, ਤੁਹਾਡੀ ਰਿਸਪੌਂਸਿਬਿਲਿਟੀ ਹੈਗੀ ਹੈ, ਇਹ ਤੁਸੀਂ ਪੂਰੀ ਨਹੀਂ ਕਰ ਰਹੇ। ਠੀਕ ਹੈ, ਤਾਂ ਇਸ ਦੇ ਨਾਲ ਨਾ ਸਰਕਾਰ ਪਤਾ ਕੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਵਿੱਚ ਅਵੇਅਰਨੈਸ ਫੈਲੇ ਤੇ ਲੋਕਾਂ ਨੂੰ ਪਤਾ ਹੋ ਕਿ ਉਹਨਾਂ ਦੇ ਰਾਈਟਸ ਕੀ ਨੇ, ਉਹਨਾਂ ਦੀ ਰਿਸਪੌਂਸਿਬਿਲਿਟੀਜ਼ ਕੀ ਨੇ। ਠੀਕ ਹੈ, ਤਾਂ ਇਹ ਟ੍ਰਾਂਸਪੇਰੈਂਸੀ ਲਾਉਣ ਵਾਸਤੇ ਸਰਕਾਰ ਟੈਕਸ ਪੇਅਰ ਚਾਰਟਰ ਲੈ ਕੇ ਆਈ ਹੈ। ਕਲੀਅਰ? ਨਾਓ ਟੈਕਸ ਪੇਅਰ ਚਾਰਟਰ ਕੀ ਹੈ? ਇਟ ਕੰਪਰਾਈਜ਼ਸ ਆਫ ਕਮਿਟਮੈਂਟਸ ਆਫ ਟੈਕਸ ਅਥਾਰਟੀਜ਼ ਐਂਡ ਆਬਲੀਗੇਸ਼ਨਸ ਆਫ ਟੈਕਸ ਪੇਅਰਸ। ਬਿਲਕੁਲ ਸਹੀ। grievances related to charter are redressed by tax ombudsman। ਨਾ ਇਹ ਪ੍ਰੋਬਲਮ ਹੈਗੀ ਹੈ ਨਾ, ਤੁਹਾਨੂੰ ਪਤਾ ਚੱਲਦਾ ਕਿ ਇੱਕ ਟੈਕਸ ਆਫੀਸ਼ੀਅਲ ਨਾ, ਇੱਕ ਟੈਕਸ ਆਫੀਸ਼ੀਅਲ ਜਿਹੜਾ ਹੈਗਾ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ, ਉਹ ਆਪਣੀ ਆਹ ਵਾਲੀ ਰਿਸਪੌਂਸਿਬਿਲਿਟੀ ਪੂਰੀ ਨਹੀਂ ਕਰ ਰਿਹਾ ਨਾ। ਤੁਹਾਡੇ ਕੋਲ ਇੱਕ ਤਰੀਕਾ ਹੋਣਾ ਚਾਹੀਦਾ, ਤੁਹਾਡੇ ਕੋਲ ਇੱਕ ਵੇ ਆਊਟ ਹੋਣਾ ਚਾਹੀਦਾ ਕਿ ਤੁਸੀਂ ਉਸ ਦੀ ਕੰਪਲੇਂਟ ਫਾਈਲ ਕਰ ਸਕੋ ਕਿ ਸਰ ਦੇਖਿਓ ਇਹ ਵਾਲਾ ਫਲਾਣਾ ਬੰਦਾ ਹੈਗਾ, ਇਹ ਕੰਮ ਨਹੀਂ ਕਰ ਰਿਹਾ, ਇਹ ਵਾਲੀ ਰਿਸਪੌਂਸਿਬਿਲਿਟੀ ਪੂਰੀ ਨਹੀਂ ਕਰ ਰਿਹਾ। ਜੇ ਕੰਪਲੇਂਟ ਫਾਈਲ ਕਰਨ ਦਾ ਤੁਹਾਡੇ ਕੋਲ ਤਰੀਕਾ ਨਹੀਂ ਹੈ ਤਾਂ ਫਿਰ ਇਸ ਚੀਜ਼ ਦਾ ਫਾਇਦਾ ਕੀ ਹੈ? ਠੀਕ ਹੈ ਨਾ, ਉਹ ਕੰਪਲੇਂਟ ਫਾਈਲ ਕਰਨ ਦਾ ਤਰੀਕਾ ਮਿਲਦਾ ਤੁਹਾਨੂੰ ਟੈਕਸ ombudsman ਦੇ ਥਰੂ, ਕਿ ਜੇ ਕੋਈ ਟੈਕਸ ਆਫੀਸ਼ੀਅਲ ਟੈਕਸ ਪੇਅਰ ਚਾਰਟਰ ਦੇ ਵਿੱਚ ਕੋਈ ਆਪਣੀ ਆਬਲੀਗੇਸ਼ਨ ਪੂਰੀ ਨਹੀਂ ਕਰ ਰਿਹਾ ਤਾਂ ਤੁਸੀਂ ਕੰਪਲੇਂਟ ਕਰ ਸਕਦੇ ਹੋ ਟੈਕਸ ombudsman ਕੋਲੇ। ਟੈਕਸ ombudsman ਕੋਲ ਤੁਸੀਂ ਜਾ ਕੇ ਕੰਪਲੇਂਟ ਕਰ ਸਕਦੇ ਹੋ। ਪਰ ਪ੍ਰੋਬਲਮ ਪਤਾ ਕੀ ਹੈ? ਇੰਡੀਆ ਦੇ ਵਿੱਚ ਹਜੇ ਟੈਕਸ ombudsman ਦਾ ਆਫਿਸ ਹੀ ਨਹੀਂ, ਇੰਡੀਆ ਦੇ ਵਿੱਚ ਟੈਕਸ ombudsman ਦਾ ਆਫਿਸ ਨਹੀਂ ਬਣਾਇਆ। ਤਾਂ ਬਥੇਰੇ ਲੋਕ ਨਾ ਜਿਹੜੇ ਹੈਗੇ ਆ ਉਹ ਕ੍ਰਿਟਿਸਾਈਜ਼ ਕਰ ਰਹੇ ਆ ਟੈਕਸ ਪੇਅਰ ਚਾਰਟਰ ਨੂੰ, ਕਹਿੰਦੇ ਇਸ ਦਾ ਫਾਇਦਾ ਕੀ ਜੇ ਟੈਕਸ ombudsman ਹੀ ਨਹੀਂ ਹੈਗਾ, ਤੁਸੀਂ ਕੰਪਲੇਂਟ ਹੀ ਨਹੀਂ ਕਰ ਸਕਦੇ, ਹੈ ਨਾ। ਤਾਂ ਇਸੇ ਕਰਕੇ ਸਰਕਾਰ ਕਹਿ ਰਹੀ ਹੈ ਅਸੀਂ ਛੇਤੀ ਟੈਕਸ ombudsman ਵੀ ਲੈ ਕੇ ਆਵਾਂਗੇ। ਖੈਰ, grievances related to charter are redressed by tax ombudsman because ਇੰਡੀਆ ਦੇ ਵਿੱਚ ਹਜੇ ਟੈਕਸ ombudsman ਦਾ ਆਫਿਸ ਹੈਗਾ ਨਹੀਂ। ਠੀਕ ਹੈ, ਆ ਸਕਦਾ ਫਿਊਚਰ ਦੇ ਵਿੱਚ, ਹਜੇ ਨਹੀਂ ਹੈਗਾ। India is the first country to introduce the concept of taxpayer charter। ना इंडिया पहली कंट्री नहीं है, हो भी किस तरह सकती है, USA, UK, यूरोप ਦੇ ਵਿੱਚ ਪਹਿਲਾਂ ਹੀ ਇਹ ਟੈਕਸ ਪੇਅਰ ਚਾਰਟਰ ਦਾ ਆਈਡੀਆ ਆ ਚੁੱਕਿਆ ਤੇ ਇੰਪਲੀਮੈਂਟ ਵੀ ਹੋ ਚੁੱਕਿਆ ਹੈ, 30-40 ਸਾਲ ਹੋ ਚੁੱਕੇ ਹਨ। ਠੀਕ ਹੈ, ਇਸੇ ਕਰਕੇ this is also false। India is not the first country। UK, USA, European Union ਬਥੇਰੀਆਂ ਕੰਟਰੀਆਂ ਇਸ ਨੂੰ ਇੰਪਲੀਮੈਂਟ ਕਰ ਚੁੱਕੀਆਂ ਨੇ। So only one is the answer, C। All right, next, consider the following statements। Revenue budget deals with the receipts from taxation and non-tax sources and the expenditure met out from these sources। Okay, net recoveries of loans and advances to states and public sector enterprises form revenue receipts of the government। ना ਜਿਹੜੇ ਲੋਨ ਦੀ ਰਿਕਵਰੀ ਹੁੰਦੀ ਹੈ ਨਾ, ਫੋਰ ਐਗਜ਼ਾਮਪਲ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਸਰਕਾਰ ਨੂੰ 1 ਲੱਖ ਕਰੋੜ ਦਾ ਕਰਜ਼ਾ ਦਿਆ ਜਾਂ 10,000 ਕਰੋੜ ਦਾ ਕਰਜ਼ਾ ਦੇਤਾ। ਠੀਕ ਹੈ, ਹੁਣ ਉਸ ਕਰਜ਼ੇ ਦੇ ਉੱਤੇ ਪੰਜਾਬ ਸਰਕਾਰ ਇੰਟਰਸਟ ਪੇਮੈਂਟਸ ਪੇ ਕਰ ਰਿਹਾ ਹੈ ਭਾਰਤ ਸਰਕਾਰ ਨੂੰ, ਤਾਂ ਉਹ ਇੰਟਰਸਟ ਪੇਮੈਂਟਸ ਤਾਂ ਆਣਗੀ ਰੈਵਨਿਊ ਅਕਾਊਂਟ ਦੇ ਵਿੱਚ। ਜਦ ਪੰਜਾਬ ਸਰਕਾਰ ਪੂਰਾ ਦਾ ਪੂਰਾ ਲੋਨ ਅਮਾਉਂਟ ਵਾਪਸ ਕਰ ਦਿੰਦੀ ਹੈ, ਇੰਟਰਸਟ ਪੇਮੈਂਟ ਨਹੀਂ, ਪੂਰਾ ਦਾ ਪੂਰਾ ਲੋਨ ਅਮਾਉਂਟ ਵਾਪਸ ਕਰ ਦਿੰਦੀ ਹੈ, ਇਸ ਨੂੰ ਅਸੀਂ ਰਿਕਵਰੀ ਆਫ ਲੋਨ ਕਹਿੰਦੇ ਹਾਂ। ਉਹ ਪੂਰਾ ਦਾ ਪੂਰਾ ਲੋਨ ਦਾ ਅਮਾਉਂਟ ਜਦ ਵਾਪਸ ਹੁੰਦਾ ਹੈ ਤਾਂ ਉਹ ਕੈਪੀਟਲ ਅਕਾਊਂਟ ਦੇ ਵਿੱਚ ਆਉਂਦਾ ਹੈ। ਠੀਕ ਹੈ, ਤਾਂ ਨੈਟ ਰਿਕਵਰੀ ਆਫ ਲੋਨ ਐਂਡ ਐਡਵਾਂਸਸ ਟੂ ਸਟੇਟਸ ਐਂਡ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ ਫਰਮ ਰੈਵਨਿਊ ਨਹੀਂ, ਕੈਪੀਟਲ ਅਕਾਊਂਟ ਹੈਗਾ। ਠੀਕ ਹੈ, ਰੈਵਨਿਊ ਅਕਾਊਂਟ ਦੇ ਵਿੱਚ ਕੀ ਹੁੰਦਾ? ਰੈਵਨਿਊ ਬਜਟ ਡੀਲਸ ਵਿਦ ਰਿਸੀਟਸ ਫਰਮ ਟੈਕਸ ਐਂਡ ਨਾਨ ਟੈਕਸ ਸੋਰਸਸ ਐਂਡ ਐਕਸਪੈਂਡੀਚਰ ਮੇਟ ਆਊਟ ਫਰਮ ਦੀ ਸੋਰਸਸ। ਬਿਲਕੁਲ ਸਹੀ ਹੈ। ਠੀਕ ਹੈ, ਰੈਵਨਿਊ ਅਕਾਊਂਟ ਦੇ ਵਿੱਚ ਇਹੀ ਹੁੰਦਾ ਹੈ। ਤਾਂ ਇਸੇ ਕਰਕੇ ਇਸ ਕੁਐਸਚਨ ਦਾ ਆਨਸਰ ਵੀ ਹੋ ਗਿਆ ਆਪਣਾ A। ਚਲੋ ਨੈਕਸਟ ਕੁਐਸਚਨ, which of the following is not a function of fiscal policy। ਫਿਸਕਲ ਪਾਲਿਸੀ ਕੀ ਹੈ? ਫਿਸਕਲ ਪਾਲਿਸੀ ਹੁੰਦੀ ਹੈ ਗਵਰਨਮੈਂਟ ਦਾ ਬਜਟ ਜਿਸ ਦੇ ਥਰੂ ਸਰਕਾਰ ਇੰਡੀਅਨ ਇਕਨੋਮੀ ਨੂੰ ਇਨਫਲੂਐਂਸ ਕਰਦੀ ਹੈ। ਆਪਣੇ ਬਜਟ ਰਾਹੀਂ ਸਰਕਾਰ ਇੰਡੀਅਨ ਇਕਨੋਮੀ ਨੂੰ ਇਨਫਲੂਐਂਸ ਹੀ ਕਰ ਰਹੀ ਹੈ ਨਾ, ਤੇ ਉਸ ਪਾਲਿਸੀ ਨੂੰ ਅਸੀਂ ਫਿਸਕਲ ਪਾਲਿਸੀ ਆਖਦੇ ਹਾਂ। ਠੀਕ ਹੈ, ਤਾਂ ਫਿਸਕਲ ਪਾਲਿਸੀ ਦਾ ਕੀ ਆਬਜੈਕਟਿਵ ਹੈ? ਰੀਡਿਸਟ੍ਰੀਬਿਊਸ਼ਨ ਆਫ ਇਨਕਮ। ਬਿਲਕੁਲ ਸਹੀ। ਸਰਕਾਰ ਅਮੀਰਾਂ ਦੇ ਉੱਤੇ ਟੈਕਸ ਲਾਉਂਦੀ ਹੈ ਤੇ ਗਰੀਬਾਂ ਦੇ ਵਿੱਚ ਉਹ ਪੈਸੇ ਨੂੰ ਵੰਡ ਦਿੰਦੀ ਹੈ ਥਰੂ ਵੈਲਫੇਅਰ ਸਕੀਮਸ। ਤਾਂ ਸਰਕਾਰ ਇੱਕ ਹਿਸਾਬ ਨਾਲ ਅਮੀਰਾਂ ਤੋਂ ਪੈਸੇ ਲੈ ਕੇ
ਗਰੀਬਾਂ ਵਿੱਚ ਵੰਡ ਰਹੀ ਹੈ ਤਾਂ ਸਰਕਾਰ ਰੀਡਿਸਟ੍ਰੀਬਿਊਸ਼ਨ ਆਫ ਇਨਕਮ ਨਹੀਂ ਕਰ ਰਹੀ। ਅਮੀਰਾਂ ਦੇ ਉੱਤੇ ਟੈਕਸ ਲੱਗਦਾ ਹੈ, ਹੈਵੀ ਟੈਕਸ, ਤੇ ਗਰੀਬਾਂ ਨੂੰ ਵੈਲਫੇਅਰ ਸਕੀਮਸ ਦੇ ਰਾਹੀਂ ਪੈਸਾ ਵੰਡਿਆ ਜਾਂਦਾ ਹੈ ਨਾ। ਤਾਂ ਦਿਸ ਇਜ਼ ਰੀਡਿਸਟ੍ਰੀਬਿਊਸ਼ਨ ਆਫ ਇਨਕਮ। ਇਹ ਸਰਕਾਰ ਗਵਰਨਮੈਂਟ ਬਜਟ ਰਾਹੀਂ ਕਰਦੀ ਹੈ ਤਾਂ ਫਿਸਕਲ ਪਾਲਿਸੀ ਦਾ ਇਹ ਆਬਜੈਕਟਿਵ ਹੈ। ਡਿਸਟ੍ਰੀਬਿਊਸ਼ਨ ਆਫ ਪਬਲਿਕ ਗੁੱਡਸ। ਨਾ ਪਬਲਿਕ ਗੁੱਡਸ ਕੀ ਹੁੰਦੇ ਆ ਆਪਣੇ? ਪਬਲਿਕ ਗੁੱਡਸ ਉਹ ਗੁੱਡਸ ਹੁੰਦੇ ਆ ਜਿਹੜੇ ਸਰਕਾਰ ਸਾਰਿਆਂ ਨੂੰ ਦੇ ਰਹੀ ਹੈ। ਫॉर एग्जांपल ਪਬਲਿਕ ਰੋਡਸ, ਪਬਲਿਕ ਹਸਪੀਟਲਸ, ਲਾਅ ਐਂਡ ਆਰਡਰ ਸਰਵਿਸ, ਨੈਸ਼ਨਲ ਡਿਫੈਂਸ ਸਰਵਿਸ, ਪਬਲਿਕ ਐਡਮਿਨਿਸਟ੍ਰੇਸ਼ਨ ਸਰਵਿਸ। ਇਹ ਕਮਰਸ਼ੀਅਲ ਸਰਵਿਸਿਜ਼ ਨਹੀਂ ਹੈਗੀਆਂ, ਇਹ ਕਮਰਸ਼ੀਅਲ ਗੁੱਡਸ ਨਹੀਂ ਹੈ, ਸਰਕਾਰ ਸਾਰਿਆਂ ਨੂੰ ਦੇ ਰਹੀ ਹੈ ਤਾਂ ਇਹਨਾਂ ਨੂੰ ਅਸੀਂ ਪਬਲਿਕ ਗੁੱਡਸ ਕਹਿੰਦੇ ਹਾਂ ਨਾ। ਗਵਰਨਮੈਂਟ ਬਜਟ ਦੇ ਰਾਹੀਂ ਸਰਕਾਰ ਪਬਲਿਕ ਗੁੱਡਸ ਵੀ ਤਾਂ ਵੰਡ ਰਹੀ ਹੈ ਤਾਂ ਫਿਸਕਲ ਪਾਲਿਸੀ ਦਾ ਇਹ ਵੀ ਆਬਜੈਕਟਿਵ ਹੈ। ਠੀਕ ਹੈ, ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਥਰੂ ਫਿਸਕਲ ਪਾਲਿਸੀ ਸਰਕਾਰ ਇੰਡੀਅਨ ਇਕਨੋਮੀ ਨੂੰ ਮੈਨੇਜ ਕਰ ਰਹੀ ਹੈ। ਇੰਡੀਅਨ ਇਕਨੋਮੀ ਦੇ ਵਿੱਚ ਬੂਮ ਆਇਆ ਤਾਂ ਉਸ ਨੂੰ ਮੈਨੇਜ ਕਰਨਾ ਹੈ, ਇੰਡੀਅਨ ਇਕਨੋਮੀ ਦੇ ਵਿੱਚ ਰਿਸੈਸ਼ਨ ਆਇਆ ਤਾਂ ਉਸ ਨੂੰ ਫਿਸਕਲ ਪਾਲਿਸੀ ਨਾਲ ਰਾਹੀਂ ਮੈਨੇਜ ਕਰਨਾ ਹੈ। ਠੀਕ ਹੈ, ਤਾਂ ਇਸੇ ਕਰਕੇ ਮੈਨੇਜਿੰਗ ਇਕਨੋਮਿਕ ਬੂਮਸ ਐਂਡ ਡਿਪਰੈਸ਼ਨ ਇਹ ਵੀ ਫਿਸਕਲ ਪਾਲਿਸੀ ਦਾ ਫੰਕਸ਼ਨ ਹੈਗਾ। ensuring adequate money supply in the economy for productive activities। ਨਾ ਮਨੀ ਸਪਲਾਈ ਦਾ ਜਿਹੜਾ ਕੰਮ ਹੈ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਉਹ ਫਿਸਕਲ ਪਾਲਿਸੀ ਨਹੀਂ ਹੁੰਦੀ, ਉਹ ਮੋਨੇਟਰੀ ਪਾਲਿਸੀ ਹੁੰਦੀ ਹੈ ਤੇ ਮੋਨੇਟਰੀ ਪਾਲਿਸੀ ਕੰਮ ਹੈਗਾ ਆਰਬੀਆਈ ਦਾ। ਫਿਸਕਲ ਪਾਲਿਸੀ ਦੀ ਰਿਸਪੌਂਸਿਬਿਲਿਟੀ ਹੈਗੀ ਹੈ ਗਵਰਨਮੈਂਟ ਕੋਲੇ, ਮੋਨੇਟਰੀ ਪਾਲਿਸੀ ਦੀ ਰਿਸਪੌਂਸਿਬਿਲਿਟੀ ਹੈ ਆਰਬੀਆਈ ਕੋਲੇ। ਤਾਂ ਮੋਨੇਟਰੀ ਪਾਲਿਸੀ ਕੀ ਹੈ? ਮਨੀ ਸਪਲਾਈ ਨੂੰ ਵਧਾਣਾ ਘਟਾਣਾ given the circumstances ਦੇ ਹਿਸਾਬ ਨਾਲ ਤੁਸੀਂ ਮਨੀ ਸਪਲਾਈ ਨੂੰ ਵਧਾ ਦਿਓ ਜਾਂ ਘਟਾ ਦਿਓ, ਇਹ ਮੋਨੇਟਰੀ ਪਾਲਿਸੀ ਹੁੰਦੀ ਹੈ। ਤਾਂ this is not fiscal policy। ਇਸ ਕੁਐਸਚਨ ਦਾ ਆਨਸਰ ਬਣਦਾ ਹੈ D। Next, consider the following statements with respect to internal and extra budgetary resources। Now, internal and extra budgetary resources ਪਤਾ ਕੀ ਹੁੰਦੀ ਹੈ? ਕਦੇ ਕਦੇ ਨਾ ਸਰਕਾਰ ਨੂੰ ਡਰ ਹੁੰਦਾ ਹੈ ਕਿ ਯਾਰ ਇੱਕ ਲੈਵਲ ਤੋਂ ਜ਼ਿਆਦਾ ਉਸਦਾ ਫਿਸਕਲ ਡੈਫਿਸਿਟ ਨਾ ਵੱਧ ਜਾਵੇ। ਠੀਕ ਹੈ, ਸਰਕਾਰ ਦੇ ਖਰਚੇ ਜ਼ਿਆਦਾ ਹੈ, ਸਰਕਾਰ ਦੀ ਆਮਦਨ ਘੱਟ ਹੈ। ਠੀਕ ਹੈ, ਸਰਕਾਰ ਦਾ ਫਿਸਕਲ ਡੈਫਿਸਿਟ ਵੱਧ ਗਿਆ। ਨਾਓ ਜਦ ਫਿਸਕਲ ਡੈਫਿਸਿਟ ਜ਼ਿਆਦਾ ਹੁੰਦਾ ਨਾ, ਸਰਕਾਰ ਦੇ ਖਰਚੇ ਜ਼ਿਆਦਾ ਹੁੰਦੇ ਆ, ਆਮਦਨ ਘੱਟ ਹੁੰਦੀ ਹੈ, ਤਾਂ ਉਹ ਐਕਸਟਰਾ ਖਰਚੇ ਨੂੰ ਪੂਰਾ ਕਰਨ ਲਈ ਸਰਕਾਰ ਕੀ ਕਰਦੀ ਹੈ? ਬੋਰੋ ਕਰਦੀ ਹੈ। ਤੇ ਜਦ ਸਰਕਾਰ ਬੋਰੋ ਕਰਦੀ ਹੈ, ਸਰਕਾਰ ਦਾ ਫਿਸਕਲ ਡੈਫਿਸਿਟ ਵੱਧ ਜਾਂਦਾ ਹੈ ਨਾ। ਆਪਣੇ ਫਿਸਕਲ ਡੈਫਿਸਿਟ ਨੂੰ ਨਾ ਸਰਕਾਰ ਦਿਖਾਣਾ ਨਹੀਂ ਚਾਹੁੰਦੀ ਕਿ ਉਸਦਾ ਜ਼ਿਆਦਾ ਹੋ ਗਿਆ, ਬਿਕੋਜ਼ ਸਾਰੇ ਇਕਨੋਮਿਸਟ ਨਾ ਕ੍ਰਿਟਿਸਾਈਜ਼ ਕਰਨ ਲੱਗ ਪੈਣਗੇ। ਠੀਕ ਹੈ, ਤਾਂ ਇਸੇ ਕਰਕੇ ਆਪਣੇ ਫਿਸਕਲ ਡੈਫਿਸਿਟ ਨੂੰ ਘੱਟ ਦਿਖਾਣਾ ਜੇ ਸਰਕਾਰ ਨੇ, ਤਾਂ ਸਰਕਾਰ ਦੇ ਕੋਲ ਨਾ ਇੱਕ ਟੈਕਨੀਕ ਹੈਗੀ ਹੈ। ਉਹ ਪਤਾ ਕੀ ਕਰਦੀ ਹੈ? ਉਹ ਆਪਣੇ ਅਕਾਊਂਟ 'ਚ ਬੋਰੋ ਨਹੀਂ ਕਰਦੀ, ਉਹ ਪਤਾ ਕੀ ਕਰਦੀ ਹੈ? ਉਸਦੀ ਜਿਹੜੀ ਕੰਪਨੀ ਹੈਗੀ ਹੈ ਨਾ, ONGC, ਗੇਲ, ਸੇਲ ਵਗੈਰਾ, ਉਹਨਾਂ ਦੇ ਨਾਂ ਤੇ ਬੋਰੋਇੰਗ ਵਧਾ ਦਿੰਦੀ ਹੈ। ਉਸ ਨੂੰ ਅਸੀਂ ਇੰਟਰਨਲ ਐਂਡ ਐਕਸਟਰਾ ਬਜਟਰੀ ਰਿਸੋਰਸਿਸ ਕਹਿੰਦੇ ਹਾਂ। ਤਾਂ these are sources raised by PSUs through loans and equity। ਬਿਲਕੁਲ ਸਹੀ। These are included in central government's fiscal deficit। ਨਾ ਫਿਸਕਲ ਡੈਫਿਸਿਟ ਘੱਟ ਦਿਖਾਣਾ ਹੈ, ਇਹ ਪਰਪਸ ਹੈ ਤੁਹਾਡਾ। ਇਸੇ ਕਰਕੇ ਤਾਂ ਤੁਸੀਂ PSU ਰਾਹੀਂ ਬੋਰੋਇੰਗ ਕਰ ਰਹੇ ਹੋ। ਤਾਂ ਇਸ ਨੂੰ ਤਾਂ ਸਰਕਾਰ ਯੂਜ਼ ਕਰਦੀ ਹੈ ਤਾਂ ਕਿ ਇਸ ਦਾ ਫਿਸਕਲ ਡੈਫਿਸਿਟ ਘੱਟ ਦਿਖੇ ਸਾਰਿਆਂ ਨੂੰ। ਤਾਂ ਇਹ ਫਿਸਕਲ ਡੈਫਿਸਿਟ ਦੇ ਵਿੱਚ ਇੰਕਲੂਡਡ ਹੀ ਨਹੀਂ ਹੁੰਦਾ। ਠੀਕ ਹੈ, these are added to the total debt। ਹਾਂ, ਜੇ ਮੈਂ ONGC ਦੇ ਨਾਂ ਤੇ ਲੋਨ ਲੈ ਰਿਹਾ ਤਾਂ ONGC ਹੈ ਤਾਂ ਮੇਰੇ ਉੱਤੇ ਡੈਟ ਤਾਂ ਹੋਊਗਾ ਹੀ। ਤਾਂ ਜਿਹੜੀ ਇੰਟਰਨਲ ਐਂਡ ਐਕਸਟਰਾ ਬਜਟਰੀ ਰਿਸੋਰਸਿਸ ਹੁੰਦੀ ਹੈ, ਉਹ ਸਰਕਾਰ ਦਾ ਡੈਟ ਜ਼ਰੂਰ ਵਧਾ ਦਿੰਦੀ ਹੈ ਪਰ ਫਿਸਕਲ ਡੈਫਿਸਿਟ ਨਹੀਂ ਵਧਣ ਦਿੰਦੀ, ਹੈ ਨਾ। So these are added to the total debt of the government as the repayment of entire principal and interest is done from the government budget। ਬਿਲਕੁਲ ਸਹੀ ਹੈ। ਤਾਂ ਇਸੇ ਕੁਐਸਚਨ ਦਾ ਆਨਸਰ ਹੈਗਾ C। Next, with respect to following statements, which of the following statements is false with respect to government budgeting? Now ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ, ਤੁਸੀਂ PDF 'ਚ ਦੇਖ ਲੈਣਾ। ਇਹ ਤਿੰਨ ਜਿਹੜੀਆਂ ਚੀਜ਼ਾਂ ਹੈਗੀਆਂ, ਤਿੰਨੇ ਠੀਕ ਸਟੇਟਮੈਂਟਸ ਹੈਗੀਆਂ। ਜ਼ੀਰੋ ਬਜਟਿੰਗ ਦੀ ਡੈਫੀਨੇਸ਼ਨ ਇਹ ਦੀ ਹੋਈ ਹੈ। ਠੀਕ ਹੈ, ਗਵਰਨਮੈਂਟ ਬਜਟ ਇਜ਼ ਅਸਿਊਮਡ ਟੂ ਬੀ ਬੈਲੈਂਸਡ ਇਫ ਐਕਸਪੈਕਟਡ ਐਕਸਪੈਂਡੀਚਰ ਇਕੁਅਲਸ ਐਂਟੀਸਿਪੇਟਡ ਰਿਸੀਟ। ਬੈਲੈਂਸ ਬਜਟ ਕੀ ਹੁੰਦਾ ਹੈ? ਬੈਲੈਂਸ ਬਜਟ ਹੁੰਦਾ ਹੈ ਜਦ ਸਰਕਾਰ ਦੇ ਰਿਸੀਟਸ ਤੇ ਐਕਸਪੈਂਡੀਚਰ ਇਕੁਅਲ ਹੋ ਗਏ। ਤਾਂ ਇਹ ਬੈਲੈਂਸ ਬਜਟ ਦੀ ਡੈਫੀਨੇਸ਼ਨ ਹੈ, ਇਹ ਜ਼ੀਰੋ ਬੇਸ ਬਜਟ ਦੀ ਡੈਫੀਨੇਸ਼ਨ ਹੈ। ਤੁਸੀਂ ਯਾਦ ਕਰ ਲੈਣਾ ਆਪਣੀ PDF 'ਚੋਂ। ਤੇ ਆਊਟਕਮ ਬਜਟਿੰਗ ਕੀ ਹੁੰਦਾ, ਉਸ ਦੀ ਡੈਫੀਨੇਸ਼ਨ ਹੀ ਹੈ। ਉਹ ਤੁਹਾਡੇ ਤੋਂ ਪੁੱਛਿਆ ਸੀ ਕਿਹੜੀ ਸਟੇਟਮੈਂਟ ਫਾਲਸ ਹੈ, ਕੋਈ ਵੀ ਸਟੇਟਮੈਂਟ ਫਾਲਸ ਨਹੀਂ ਹੈ। ਠੀਕ ਹੈ, ਆਨਸਰ ਨਨ ਆਫ ਦੀ ਅਬਵ ਹੀ ਹੈ ਇਸਦਾ। ਕਲੀਅਰ? ਬਟ ਮੈਂ ਡਿਸਕਸ ਨਹੀਂ ਕਰ ਰਿਹਾ ਜ਼ੀਰੋ ਬੇਸ ਬਜਟਿੰਗ ਕੀ ਹੁੰਦੀ ਹੈ, ਆਊਟਕਮ ਬਜਟਿੰਗ ਕੀ ਹੁੰਦੀ ਹੈ, ਬਿਕੋਜ਼ ਉਹਨਾਂ ਦੀ ਡੈਫੀਨੇਸ਼ਨ ਇੱਥੇ ਹੀ ਦਿੱਤੀ ਹੋਈ ਹੈ। ਤੁਸੀਂ ਆਪਣੀ PDF 'ਚੋਂ ਪੜ੍ਹ ਲੈਣਾ, ਯਾਦ ਰੱਖਣਾ। ਠੀਕ ਹੈ ਜੀ, ਚਲੋ ਨੈਕਸਟ। ਹਾਂ, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਫੇਸਲੈਸ ਅਸੈਸਮੈਂਟ ਸਕੀਮ। ਨਾ ਸਰਕਾਰ ਨਾ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਟ੍ਰਾਂਸਪੇਰੈਂਸੀ ਵਧਾਉਣਾ ਚਾਹੁੰਦੀ ਹੈ। ਇਸੇ ਕਰਕੇ ਨਾ ਸਰਕਾਰ 3 ਸਕੀਮਸ ਲੈ ਕੇ ਆਈ ਸੀ।
ਇਨਕਮ ਟੈਕਸ ਡਿਪਾਰਟਮੈਂਟ ਨੂੰ ਜ਼ਿਆਦਾ ਟਰਾਂਸਪੇਰੈਂਟ ਕਰਨ ਲਈ, ਬਿਕੋਜ਼ ਨਾ ਇਨਕਮ ਟੈਕਸ ਡਿਪਾਰਟਮੈਂਟ ਦੇ ਉੱਤੇ ਐਲੀਗੇਸ਼ਨਸ ਲੱਗਦੇ ਰਹੇ ਹੈ ਕਿ ਯਾਰ ਇਹ ਨਾ ਕਰਪਟ ਬਹੁਤ ਹੈ, ਕਰਪਸ਼ਨ ਦਾ ਤਾਂ ਨਹੀਂ ਪਰ ਓਪੇਕ ਹੈਗਾ, ਹਰੈਸਮੈਂਟ ਜ਼ਿਆਦਾ ਕਰਦਾ ਟੈਕਸ ਡਿਪਾਰਟਮੈਂਟ ਆਪਣਾ, ਹਨਾ। ਤਾਂ ਉਹ ਹਰੈਸਮੈਂਟ ਘੱਟ ਕਰਨ ਲਈ ਤੇ ਕਰਪਸ਼ਨ ਘੱਟ ਕਰਨ ਲਈ ਤੁਸੀਂ ਟਰਾਂਸਪੇਰੈਂਸੀ ਵਧਾ ਰਹੇ ਹੋ। ਤਾਂ ਤੁਸੀਂ ਟਰਾਂਸਪੇਰੈਂਸੀ 3 ਸਕੀਮਸ ਰਾਹੀਂ ਵਧਾ ਰਹੇ ਹੋ। ਇੱਕ ਤਾਂ ਹੈਗੀ ਹੈ ਫੇਸਲੈਸ ਅਸੈਸਮੈਂਟ ਸਕੀਮ, ਦੂਜੀ ਹੈਗੀ ਹੈ ਫੇਸਲੈਸ ਅਪੀਲ ਸਕੀਮ, ਤੇ ਤੀਜੀ ਆਪਾਂ ਡਿਸਕਸ ਕਰ ਚੁੱਕੇ ਹਾਂ ਟੈਕਸ ਪੇਅਰਸ ਚਾਰਟਰ। ਇਹ ਤਾਂ ਅਸੀਂ ਡਿਸਕਸ ਕਰ ਹੀ ਚੁੱਕੇ ਹਾਂ, ਹੈ ਨਾ। Now, faceless assessment scheme ਕੀ ਹੈਗੀ ਹੈ? It aims at automated random allocation of cases related to direct and indirect taxes, ਨਾ only direct taxes, because ਮੈਂ ਤੁਹਾਨੂੰ ਦੱਸਿਆ ਇਹ ਜਿਹੜੀਆਂ ਸਕੀਮਸ ਹੈਗੀਆਂ ਇਹ ਇਨਕਮ ਟੈਕਸ ਡਿਪਾਰਟਮੈਂਟ ਲਈ ਹੈਗੀਆਂ। ਤਾਂ ਇਨਕਮ ਟੈਕਸ ਤਾਂ ਹੈਗਾ ਹੀ ਡਾਇਰੈਕਟ ਟੈਕਸ, ਇਹ ਸਕੀਮਸ GST ਵਾਸਤੇ ਨਹੀਂ ਹੈਗੀਆਂ, ਠੀਕ ਹੈ। ਇਸੇ ਕਰਕੇ ਇਨਡਾਇਰੈਕਟ ਟੈਕਸਸ ਨਹੀਂ ਇੰਕਲੂਡਡ ਹੈ ਇਹਦੇ ਵਿੱਚ, ਸਿਰਫ ਡਾਇਰੈਕਟ ਟੈਕਸਸ ਇੰਕਲੂਡਡ ਹੈ, ਓਨਲੀ ਇਨਕਮ ਟੈਕਸ। It establishes National Faceless Assessment Center as the sole point of contact between tax authorities and taxpayer। ਬਿਲਕੁਲ ਸਹੀ ਸਟੇਟਮੈਂਟ ਹੈ। ਇਹੀ ਤਾਂ ਫੇਸਲੈਸ ਅਸੈਸਮੈਂਟ ਹੈਗੀ ਹੈ। ਜਿਹੜੀ ਤੁਸੀਂ ਰਿਟਰਨ ਭਰਦੇ ਹੋ ਨਾ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਰਿਟਰਨ ਭਰਦੇ ਹੋ, ਉਸ ਦੀ ਅਸੈਸਮੈਂਟ ਨਾ ਫੇਸਲੈਸ ਹੋਵੇ, ਠੀਕ ਹੈ। ਤੁਹਾਨੂੰ ਨਾ ਪਤਾ ਹੋਵੇ ਤੁਹਾਡੀ ਅਸੈਸਮੈਂਟ ਕਿਹਦੇ ਕੋਲ ਜਾ ਰਹੀ ਹੈ, ਕਿਸ ਆਫੀਸ਼ੀਅਲ ਕੋਲ ਜਾ ਰਹੀ ਹੈ, ਫੇਸਲੈਸ ਆਟੋਮੇਟਿਡ ਅਸੈਸਮੈਂਟ ਹੋਵੇ ਤਾਂ ਠੀਕ ਹੈ। Appeals against the tax assessment can only be filed at the National Company Law Appellate Tribunal, ਨਾ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਜਾ ਸਕਦੇ ਤੇ ਨਹੀਂ ਇਨਕਮ ਟੈਕਸ ਐਪੀਲੇਟ ਟ੍ਰਿਬਿਊਨਲ ਜਾ ਸਕਦੇ ਹੋ ਤੁਸੀਂ। ਤਾਂ ਇਸੇ ਕਰਕੇ ਇਹ ਵੀ ਗਲਤ ਹੈ। NCLAT ਕੋਲ ਨਹੀਂ ਜਾਣਾ ਤੁਹਾਨੂੰ, ਤੁਸੀਂ ਜਾਓਗੇ ਇਨਕਮ ਟੈਕਸ ਡਿਪਾਰਟਮੈਂਟ ਕੋਲ। ਜੇ ਤੁਹਾਨੂੰ ਕੋਈ ਕੰਪਲੇਂਟ ਹੈ ਇਨਕਮ ਟੈਕਸ ਡਿਪਾਰਟਮੈਂਟ ਕੋਲ ਜਾਓ, ਇਨਕਮ ਟੈਕਸ ਟ੍ਰਿਬਿਊਨਲ ਕੋਲ ਜਾਓ, ਫਿਰ ਉਸ ਦੀ ਅਪੀਲ ਤੁਸੀਂ ਫਾਈਲ ਕਰੋਗੇ ਇਨਕਮ ਟੈਕਸ ਐਪੀਲੇਟ ਟ੍ਰਿਬਿਊਨਲ ਦੇ ਵਿੱਚ। ਤਾਂ ਇਸੇ ਕਰਕੇ ਇਸ ਕੁਐਸਚਨ ਦਾ ਆਨਸਰ ਹੈਗਾ A। Which of the following is are included in the invisible balance of our balance of payment? Now, like budget, balance of payment is also divided into 2 parts. ठीक है? इंडिया ਦਾ ਜਿਹੜਾ balance of payment external sector ਹੈ ਉਸ ਨੂੰ ਅਸੀਂ ਡਿਵਾਈਡ ਕਰਦੇ ਹਾਂ ਕਰੰਟ ਅਕਾਊਂਟ ਦੇ ਵਿੱਚ ਤੇ ਕੈਪੀਟਲ ਅਕਾਊਂਟ ਦੇ ਵਿੱਚ। ਨਾ ਕਰੰਟ ਅਕਾਊਂਟ ਦੇ ਵਿੱਚ 2 ਪਾਰਟਸ ਨੇ, ਇੱਕ ਹੁੰਦਾ ਟ੍ਰੇਡ ਬੈਲੈਂਸ ਜਿਸ ਦੇ ਵਿੱਚ ਗੁੱਡਸ ਦਾ ਇੰਪੋਰਟ ਐਕਸਪੋਰਟ ਲਿਖਿਆ ਜਾਂਦਾ ਹੈ, ਇੱਕ ਹੁੰਦਾ ਇਨਵਿਜ਼ੀਬਲਸ ਬੈਲੈਂਸ, ਠੀਕ ਹੈ। ਤਾਂ ਟ੍ਰੇਡ ਬੈਲੈਂਸ ਦੇ ਵਿੱਚ ਗੁੱਡਸ ਦਾ ਇੰਪੋਰਟ ਐਕਸਪੋਰਟ ਲਿਖਿਆ ਜਾਂਦਾ ਹੈ, ਇਨਵਿਜ਼ੀਬਲ ਬੈਲੈਂਸ 'ਚ ਸਰਵਿਸਿਜ਼ ਦਾ ਇੰਪੋਰਟ ਐਕਸਪੋਰਟ ਲਿਖਿਆ ਜਾਂਦਾ ਹੈ। ਤਾਂ ਇੱਕ ਤਾਂ ਸਰਵਿਸਿਜ਼ ਦਾ ਇੰਪੋਰਟ ਐਕਸਪੋਰਟ ਹੈਗਾ ਤੇ ਤੁਹਾਡੇ ਰਿਸ਼ਤੇਦਾਰ ਜਿਹੜੇ ਬਾਹਰ ਕੰਮ ਕਰ ਰਹੇ ਆ ਉਹ ਇੰਡੀਆ ਦੇ ਵਿੱਚ ਪੈਸਾ ਭੇਜਦੇ ਆ, ਰੈਮਿਟੈਂਸਸ, ਉਹ ਇਸ ਦਾ ਪਾਰਟ ਹੈ ਇਨਵਿਜ਼ੀਬਲ ਬੈਲੈਂਸ ਦਾ। ਤੇ ਤੁਹਾਡੇ ਬੰਦੇ ਬਾਹਰ ਜਿੰਨਾ ਪੈਸਾ ਕਮਾ ਰਹੇ ਹਨ, ਫੈਕਟਰ ਇਨਕਮਸ, ਫॉर ਐਗਜ਼ਾਮਪਲ ਮੇਰਾ ਨਾ ਲੈਂਡ ਹੈਗਾ ਕੈਨੇਡਾ ਦੇ ਵਿੱਚ ਤੇ ਉਹਦੇ ਉੱਤੇ ਮੈਂ ਰੈਂਟ ਅਰਨ ਕਰ ਰਿਹਾ ਤਾਂ ਉਹ ਫੈਕਟਰ ਇਨਕਮ ਹੈਗੀ ਹੈ, ਉਹ ਵੀ ਇਸ ਦਾ ਪਾਰਟ ਹੁੰਦਾ, ਠੀਕ ਹੈ। ਨਾਓ ਰੈਮਿਟੈਂਸਸ ਪਾਰਟ ਹੈਗਾ, ਯੈਸ। ਸੌਫਟਵੇਅਰ ਐਕਸਪੋਰਟ ਪਾਰਟ ਹੈਗਾ ਕਿਉਂਕਿ ਸੌਫਟਵੇਅਰ ਇਜ਼ ਅ ਸਰਵਿਸ, ਤਾਂ ਯੈਸ। ਪੈਟਰੋਲੀਅਮ ਇੰਪੋਰਟਸ, ਪੈਟਰੋਲੀਅਮ ਆਰ ਗੁੱਡਸ, ਤਾਂ ਪੈਟਰੋਲੀਅਮ ਤਾਂ ट्रेड ਦਾ पार्ट होगा, पेट्रोलियम इंपोर्ट्स, ठीक है। तो ऐसे करके 1 and 2 ओनली है इसका आंसर, क्लियर। चलो, consider the following statements about balance of payment। balance of payment की है, BOP is an overall statement of country's economic transactions with the rest of the world over a year। बिल्कुल ये BOP ਦੀ definition हैगी है, याद रखियो। balance of payment की है इंडिया ਦੇ residents ਦੀ ਬਾਕੀ ਸਾਰੀ ਦੁਨੀਆ ਨਾਲ ਜਿਹੜੀ ਟ੍ਰਾਂਜੈਕਸ਼ਨ ਹੋ ਰਹੀ ਹੈ, ਭਾਵੇਂ ਇੰਪੋਰਟ ਐਕਸਪੋਰਟ ਹੋਵੇ, ਸਰਵਿਸਿਜ਼ ਦਾ ਇੰਪੋਰਟ ਐਕਸਪੋਰਟ ਹੋਵੇ, ਬਾਹਰੋਂ ਤੁਹਾਡੇ ਕੋਲ ਪੈਸਾ ਆ ਰਿਹਾ ਰੈਮਿਟੈਂਸਸ ਦੀ ਫਾਰਮ 'ਚ, ਬਾਹਰੋਂ ਤੁਸੀਂ ਲੋਨ ਲੈ ਰਹੇ ਹੋ, ਬਾਹਰੋਂ ਤੁਸੀਂ ਇਨਵੈਸਟਮੈਂਟ ਲੈ ਰਹੇ ਹੋ, ਫੋਰਨ ਡਾਇਰੈਕਟ ਇਨਵੈਸਟਮੈਂਟ, ਉਹ ਤੁਸੀਂ ਬਾਹਰ ਦੇ ਮੁਲਕਾਂ ਨਾਲ ਤੁਸੀਂ ਟ੍ਰਾਂਜੈਕਸ਼ਨ ਕਰ ਰਹੇ ਹੋ ਤੇ ਇੰਡੀਅਨਸ ਦੀ ਬਾਹਰ ਦੇ ਮੁਲਕਾਂ ਨਾਲ ਜਿੰਨੀ ਵੀ ਟ੍ਰਾਂਜੈਕਸ਼ਨਸ ਹੁੰਦੀਆਂ ਉਹ ਸਾਰੀ ਬੈਲੈਂਸ ਆਫ ਪੇਮੈਂਟ ਦੇ ਵਿੱਚ ਨੋਟ ਡਾਊਨ ਹੁੰਦੀ ਹੈ। ਤਾਂ ਇਹ ਬੈਲੈਂਸ ਆਫ ਪੇਮੈਂਟ ਦੀ ਡੈਫੀਨੇਸ਼ਨ ਹੈ ਬਿਲਕੁਲ। ਟ੍ਰੇਡ ਅਕਾਊਂਟ ਇਜ਼ ਅ ਪਾਰਟ ਆਫ ਕੈਪੀਟਲ ਅਕਾਊਂਟ, ਨਾ ਮੈਂ ਹੁਣੇ ਹੀ ਦੱਸਿਆ कि ट्रेड अकाउंट करंट अकाउंट का पार्ट है, तो ऐसे करके ए क्लियर। चलो आगे चलते हैं। कंसीडर द फॉलोइंग स्टेटमेंट्स इन द कॉन्टेक्स्ट ऑफ फिस्कल पॉलिसी। लो फिस्कल पॉलिसी ਦਾ ਦੁਬਾਰਾ ਸਵਾਲ ਆ ਗਿਆ। ਹੁਣ ਮੈਨੂੰ ਐਕਸਪਲੇਨ ਕਰਨ ਦੀ ਲੋੜ ਨਹੀਂ ਹੈ ਕਿ ਫਿਸਕਲ ਪॉलिसी ਦਾ ਮਤਲਬ ਕੀ ਹੈ। ਗਵਰਨਮੈਂਟ ਬਜਟਿੰਗ, ਤੇ ਗਵਰਨਮੈਂਟ ਬਜਟਿੰਗ ਰਾਹੀਂ ਸਰਕਾਰ ਇਕਨੋਮੀ ਨੂੰ ਕਿਸ ਤਰ੍ਹਾਂ ਇਨਫਲੂਐਂਸ ਕਰ ਰਹੀ ਹੈ ਉਸ ਨੂੰ ਅਸੀਂ ਫਿਸਕਲ ਪॉलिसी ਕਹਿੰਦੇ ਹਾਂ, ਠੀਕ ਹੈ। ਇਟ ਇਜ਼ ਦ ਯੂਜ਼ ਆਫ ਗਵਰਨਮੈਂਟ ਸਪੈਂਡਿੰਗ ਐਂਡ ਟੈਕਸੇਸ਼ਨ ਟੂ ਇਨਫਲੂਐਂਸ ਦੀ ਇਕਨੋਮੀ। ਬਿਲਕੁਲ, ਗਵਰਨਮੈਂਟ ਆਪਣੇ ਖਰਚੇ ਦੇ ਰਾਹੀਂ ਤੇ ਆਪਣੀ ਟੈਕਸੇਸ਼ਨ ਪਾਲਿਸੀ ਦੇ ਰਾਹੀਂ, ਗਵਰਨਮੈਂਟ ਬਜਟ ਦੇ ਵਿੱਚ ਹੀ ਅਨਾਉਂਸਮੈਂਟ ਹੁੰਦੀ ਹੈ ਟੈਕਸੇਸ਼ਨ ਦੀ, ਖਰਚੇ ਦੀ, ਹੈਨਾ। ਤਾਂ ਗਵਰਨਮੈਂਟ ਆਪਣੇ ਖਰਚੇ ਤੇ ਟੈਕਸੇਸ਼ਨ ਦੀ ਪਾਲਿਸੀਜ਼ ਰਾਹੀਂ ਇੰਡੀਆ ਦੀ ਇਕਨੋਮੀ ਨੂੰ ਇਨਫਲੂਐਂਸ ਕਰ ਰਹੀ ਹੈ, ਬਿਲਕੁਲ ਸਹੀ।
इट अफेक्ट्स द एग्रीगेट डिमांड फॉर गुड्स एंड सर्विसेज यस। जे भारत सरकार अपने बजट दे विच आह कह दे कि ਅਸੀਂ ਇਨਕਮ ਟੈਕਸ ਘਟਾ ਰਹੇ ਹਾਂ, ਠੀਕ ਹੈ ਨਾ, ਉਹ ਜਦ ਇਨਕਮ ਟੈਕਸ ਘਟਾ ਦੇਣਗੇ ਤਾਂ ਤੁਹਾਡੇ ਕੋਲ ਜ਼ਿਆਦਾ ਪੈਸਾ ਰਹਿ ਜਾਊਗਾ, ਹਨਾ, ਤੁਹਾਨੂੰ ਟੈਕਸ ਕੱਟ ਦੇਣਾ ਪੈ ਰਿਹਾ ਤਾਂ ਤੁਹਾਡੇ ਕੋਲ ਜ਼ਿਆਦਾ ਪੈਸਾ ਹੈ, ਤੁਸੀਂ ਜ਼ਿਆਦਾ ਗੁੱਡਸ ਐਂਡ ਸਰਵਿਸਿਜ਼ ਡਿਮਾਂਡ ਕਰੋਗੇ ਤਾਂ ਐਗਰੀਗੇਟ ਡਿਮਾਂਡ ਤਾਂ ਹਿੰਦੁਸਤਾਨ ਦੇ ਵਿੱਚ ਵਧੂਗੀ, है ना। प्लस जे सरकार आप ही गुड्स एंड सर्विसेज खरीदना शुरू कर दे, सरकार अपनी स्पेंडिंग बढ़ा दे, तो सरकार अपनी स्पेंडिंग बढ़ा किस तरह रही है, रोड्स ब्रिजेस वगैरह बना रही है भारत सरकार, तो रोड्स ब्रिजेस जे भारत सरकार बनावेगी तो उस दे नाल सीमेंट की डिमांड ਵਧਾਏਗੀ, स्टील की डिमांड ਵਧਾਏਗੀ, तो फिस्कल पॉलिसी का डिमांड के उत्ते फर्क होता है, बिल्कुल होता है। फिस्कल पॉलिसी इज सेड टू बी लूज और expansionary when revenue is higher than spending। ना लूज फिस्कल पॉलिसी या एक्सपेंशनरी फिस्कल पॉलिसी का मतलब की होता है व्हेन फिस्कल डेफिसिट इज मोर, एंड फिस्कल डेफिसिट इज मोर कद होता है व्हेन एक्सपेंडिचर इज मोर देन रेवेन्यू। जब सरकार के खर्चे ज्यादा होंगे हैं, आमदन घट होती है, तब फिस्कल डेफिसिट बढ़ता है, तो जब फिस्कल डेफिसिट बढ़ता है तो फिस्कल पॉलिसी सेड टू बी लूज और एक्सपेंशनरी। टाइट फिस्कल पॉलिसी पता है किसनू आखांगे, जब खर्चे घट है आमदन ज्यादा है, ठीक है, तो ये स्टेटमेंट तो गलत हो जाती है। आंसर इज 1 and 2। Which of the following best describes the term import cover? Now import cover पता की होता है, देखियो आरबीआई कोल ना फॉरेक्स रिजर्व पिया हुआ है, ठीक है, आरबीआई दे कोल ना बाकी कंट्रीज दी करेंसी दा एक रिजर्व पिया हुआ है, डॉलर पए हुए हैं, पाउंड पए हुए हैं, ठीक है, उसनों असी फॉरेक्स रिजर्व कहते हैं। ते ਅਸੀਂ जानना चाहते हैं कि आरबीआई कोल कितना फॉरेक्स रिजर्व है, ठीक है, तो ਅਸੀਂ पता की देखते हैं, ਅਸੀਂ कहते हैं देखो आरबीआई दे कोल जितना फॉरेक्स रिजर्व है, जे ਅਸੀਂ उस फॉरेक्स रिजर्व ਨੂੰ यूज करिए तो ਅਸੀਂ किन्ने महीनों तक इंपोर्ट कर सकते हैं। इंडिया दी कुछ इंपोर्ट रिक्वायरमेंट्स हैगी, इंडिया कुछ इंपोर्ट करता रहता है, ठीक है, तो ਅਸੀਂ अपनी इंपोर्ट्स ਨੂੰ किन्नी देर तक फाइनेंस कर सकते हैं थ्रू आर फॉरेक्स रिजर्व, इस ਨੂੰ ਅਸੀਂ इंपोर्ट कवर कहते हैं, ठीक है, तो इंपोर्ट कवर होता है 9 months 10 months, इसका मतलब कि फॉरेक्स रिजर्व ਨੂੰ यूज करके ਤੁਸੀਂ 10 months तक अपने इंपोर्ट्स फाइनेंस कर सकते हो, इस ਨੂੰ इंपोर्ट कवर कहते हैं, ठीक है। तो इसका की है, इट इज द नंबर ऑफ मंथ्स ऑफ इंपोर्ट्स दैट कुड बी पेड फॉर बाय कंट्रीज इंटरनेशनल रिजर्व्स, फॉरेन रिजर्व्स, फॉरेक्स रिजर्व, तो ये आंसर अपना डी आंसर है, ठीक है। चलो, which of the following is not a part of capital account transaction under BOP? मैं दस्सिया सी थोड़ी देर पहला, बैलेंस ऑफ पेमेंट दे विच एक होंदा तुहाडा करंट अकाउंट दे विच की सीगा, ट्रेड बैलेंस सीगा ते इनविजिबल बैलेंस सीगा। ਅਸੀਂ इनविजिबल बैलेंस बारे गल कर चुके हैं, हुण कैपिटल अकाउंट बारे गल करते हैं ना। कैपिटल अकाउंट दे विच की हुंदा है, एक तां हुंदी है फॉरेन इन्वेस्टमेंट, बाहरों इंडिया दे विच जिन्नी इन्वेस्टमेंट हो रही है कैपिटल अकाउंट दे विच है। एक होंदी है अपनी एक्सटर्नल कमर्शियल बोरोविंग्स, एक होंदी है अपनी एक्सटर्नल कमर्शियल बोरोविंग्स, बाहरों ਅਸੀਂ जिन्नी बोरोविंग्स कर रहे हैं वो इत्थे आणगी। फिर एक होंदे हैं एनआरआई डिपॉजिट्स, ठीक है, ਇਹ कैपिटल अकाउंट ਦਾ ਪਾਰਟ ਹੁੰਦੇ ਆ। ਤੇ ਅਸੀਂ ਕਦੇ ਵਰਲਡ ਬੈਂਕ ਤੋਂ ਪੈਸਾ ਲੈ ਲੈਂਦੇ ਆ, ਵਰਲਡ ਬੈਂਕ ਆਈਐਮਐਫ ਤੋਂ ਵੀ ਲੋਨ ਲੈਂਦੇ ਆ, ਤਾਂ ਜਿੰਨੇ ਵੀ ਲੋਨਸ ਅਸੀਂ ਲੈਂਦੇ ਆ ਨਾ ਸਾਰੇ कैपिटल अकाउंट ਦਾ ਪਾਰਟ ਹੁੰਦੇ ਆ। इंडिया बाहरों लोन ले रहा है, कैपिटल अकाउंट का पार्ट है। इंडिया बाहर लोन दे रहा है, वो कैपिटल अकाउंट का पार्ट है। इंडिया बाहरों इन्वेस्टमेंट ले रहा है, कैपिटल अकाउंट। इंडिया बाहर जाके इन्वेस्टमेंट कर रहा है, कैपिटल अकाउंट, ठीक है। नाउ कैपिटल अकाउंट का की पार्ट है परचेज ऑफ फाइटर एयरक्राफ्ट फ्रॉम फॉरेन कंपनीज। नाउ फाइटर एयरक्राफ्ट फॉर एग्जांपल भारत सरकार फ्रांस तो रफेल जेट खरीदती है। नाउ रफेल जेट भारत सरकार इंपोर्ट कर रही है, गुड है ना रफेल जेट। ਤਾਂ ਇੰਪੋਰਟ ਐਕਸਪੋਰਟ ਆਫ ਗੁੱਡਸ ਤਾਂ ਮੈਂ ਦੱਸਿਆ ਸੀ ਤੁਹਾਨੂੰ, ਤੇ ਟ੍ਰੇਡ ਅਕਾਊਂਟ ਦਾ ਪਾਰਟ ਹੁੰਦਾ ਤੇ ਉਹ ਤਾਂ ਕਰੰਟ ਹੁੰਦਾ, ਠੀਕ ਹੈ। ਤਾਂ ਇਹ ਤਾਂ ਬਿਲਕੁਲ ਨਹੀਂ ਹੈ, ਨਾਟ ਅ ਪਾਰਟ। ਮਸਾਲਾ ਬੌਂਡਸ ਦਾ ਮਤਲਬ ਕੀ ਹੁੰਦਾ ਹੈ, ਤੁਸੀਂ ਬਸ ਇਹ ਯਾਦ ਰੱਖਿਓ ਕਿ ਮਸਾਲਾ ਬੌਂਡਸ ਦੇ ਥਰੂ ਇੰਡੀਅਨ ਕੰਪਨੀਆਂ ਬਾਹਰ ਤੋਂ ਪੈਸਾ ਬੋਰੋ ਕਰਦੀਆਂ, ਤੇ ਬੋਰੋਇੰਗਸ ਤਾਂ ਅਸੀਂ ਕੈਪੀਟਲ ਅਕਾਊਂਟ ਦਾ ਪਾਰਟ ਰੱਖਿਆ ਹੈ, ਇਹ ਕੈਪੀਟਲ ਅਕਾਊਂਟ ਹੈ। ਆਈਐਮਐਫ ਤੋਂ ਤੁਸੀਂ ਪੈਸਾ ਲੈਂਦੇ ਹੋ, ਲੋਨ ਲੈਂਦੇ ਹੋ, कैपिटल अकाउंट। एनआरआई डिपॉजिट कैपिटल अकाउंट। सिर्फ ए करंट अकाउंट दे ट्रेड अकाउंट दा पार्ट है, ट्रेड बैलेंस दा पार्ट है, इसे करके आंसर दा ए है। नेक्स्ट, which of the following is not classified as above the line item in balance of payment? देखो
बैलेंस ऑफ पेमेंट ना मतलब तीन पार्ट्स है बैलेंस ऑफ पेमेंट दे। एक तो है अपना करंट अकाउंट असी देख चुके हैं, एक है कैपिटल अकाउंट, एक ना आरबीआई मार्केट दे विच जाके ना डॉलर्स खरीददा वेचदा है, ठीक है, रेगुलरली, तो उसनू असी कहंदे हैं ऑफिशियल रिजर्व ट्रांजैक्शन। नाउ करंट ते कैपिटल अकाउंट नू असी कहंदे हैं अबव द लाइन आइटम्स, ऑफिशियल रिजर्व ट्रांजैक्शन नू असी कहंदे हैं बिलो द लाइन आइटम्स, ठीक है। तो अबव द लाइन आइटम केड़ी है? कैपिटल, करंट, ऑफिशियल, ट्रेड अकाउंट। नाउ इन्होंने पूछे अबव द लाइन आइटम केड़ी नहीं हैगी है, तो करंट अकाउंट अबव द लाइन है, बिल्कुल। कैपिटल अकाउंट अबव द लाइन है, बिल्कुल। ट्रेड अकाउंट तक करंट अकाउंट का ही पार्ट है, आह भी अबव द लाइन है। ऑफिशियल रिजर्व ट्रांजैक्शंस इज बिलो द लाइन, ऐसे करके सी। नेक्स्ट, which of the following is not part of capital account transaction under balance of payment है, वही गल होगी, ए ही है, ए, ठीक है, ये करंट अकाउंट का पार्ट है, ਅਸੀਂ डिस्कस कर चुके हैं। Which of the following is not an example of trade barrier? ट्रेड बैरियर का मतलब पता क्या है? जब सरकार अपनी पॉलिसीज दे थ्रू इंपोर्ट एक्सपोर्ट ਨੂੰ किसी तरह रोक रही है, बैरियर ला रही है, allowing only a fixed amount of commodities to be exported or imported irrespective of supply and demand condition, ਇਹ ट्रेड बैरियर हैगा, बिल्कुल। ਤੁਸੀਂ इंपोर्ट एक्सपोर्ट ਦੇ ਉੱਤੇ ਰੋਕ ਲਾ ਰਹੇ ਹੋ, ਬਿਲਕੁਲ ट्रेड बैरियर हैगा। एफडीआई ਨੂੰ ਰੋਕਣਾ, कैपिंग फॉरेन डायरेक्ट इन्वेस्टमेंट इन सेंसिटिव सेक्टर्स, ਇਹ इंपोर्ट एक्सपोर्ट ऑफ गुड्स ਨੂੰ नहीं कंट्रोल कर रहा है। एफडीआई ਤਾਂ अलग है, एफडीआई ਤਾਂ इन्वेस्टमेंट है, इंपोर्ट एक्सपोर्ट ऑफ गुड्स थोड़ी है, तो दिस इज नॉट अ ट्रेड बैरियर। Imposing unreasonable standards on quality of imports, जे भारत सरकार कह दे कि यार बाहरों असी अंब इंपोर्ट करने ते अंब दी क्वालिटी स्टैंडर्ड्स इहो जे होने चाहिए, जे अंब दे क्वालिटी स्टैंडर्ड्स इहो जे नहीं है तां असी कंसाइनमेंट रिजेक्ट कर देनी, इंपोर्ट रिजेक्ट कर देना, दिस इज आल्सो अ ट्रेड बैरियर। टैक्स ऑन इंपोर्ट्स ट्रेड बैरियर है, एफडीआई का है ही इन्वेस्टमेंट का, तो ऐसे करके दिस इज नॉट अ ट्रेड बैरियर। The problem of international liquidity, इंटरनेशनल लिक्विडिटी मतलब, लिक्विडिटी का मतलब होता है, कल मैं ਤੁਹਾਨੂੰ ਦੱਸਿਆ मनी सप्लाई है ना। ना इंटरनेशनली ज्यादातर ट्रेड होता है डॉलर्स ਦੇ ਵਿੱਚ, ठीक है, या ਹੋਰ ਵੱਡੀ ਕਰੰਸੀਜ਼ ਦੇ ਵਿੱਚ ਜਿੱਦਾਂ ਪਾਉਂਡ, ਯੂਰੋ ਦੇ ਵਿੱਚ। ਨਾ ਇਹਨਾਂ ਦੀ ਜਦ ਕਮੀ ਹੋ ਜਾਂਦੀ ਹੈ, ਅਸੀਂ ਕਹਿੰਦੇ ਹਾਂ ਕਿ ਇੰਟਰਨੈਸ਼ਨਲ ਲਿਕੁਇਡਿਟੀ ਘਟ ਹੋ ਗਈ ਹੈ, ਡਾਲਰ ਦੀ ਕਮੀ, ਕਿਉਂਕਿ ਜ਼ਿਆਦਾਤਰ ਇੰਪੋਰਟ ਐਕਸਪੋਰਟ ਹੋ ਹੀ ਡਾਲਰ ਦੇ ਵਿੱਚ ਰਿਹਾ। So the problem of international liquidity is related to non-availability of dollars and other hard currencies. Pound, euro ਨੂੰ ਅਸੀਂ hard currency ਕਹਿੰਦੇ ਹਾਂ। ਤਾਂ C. Next, what are the most likely advantages of GST? GST ਦੇ advantages ਕੀ हैं? It will create a single market. Yes. It will drastically reduce current account deficit of India and will enable it to increase its forex reserve. ना बैलेंस ऑफ पेमेंट ना था, जीएसटी का कोई लेना देना नहीं है। It will enormously increase growth and size of economy of India and will enable it to overtake China. नहीं, जीएसटी ਦੇ ਥਰੂ ਅਸੀਂ ਚਾਈਨਾ ਨੂੰ ਓਵਰਟੇਕ ਨਹੀਂ ਕਰ ਰਹੇ, ਤਾਂ ਇਹ ਵੀ ਗਲਤ ਹੈ। Only one. Consider the following statements. Most of India's external debt is owed by government entities. ना मैं थोड़ी देर पहले ही दसिया है, इंडिया का ज्यादातर एक्सटर्नल डेट प्राइवेट लोग ओ कर रहे हैं। मैं दसिया सी ना 117 लाख करोड़ का अपने उत्ते डेट है, एक्सटर्नल डेट, ते ओदे चों सिर्फ 6 लाख करोड़ गवर्नमेंट का है, बाकी सारा प्राइवेट का है। साइंस स्टेटमेंट गलत है। ऑल ऑफ इंडियाज एक्सटर्नल डेट इज डिनोमिनेटेड इन यूएस डॉलर्स, आ भी गलत है। कुछ डेट साडा एसडीआर दे विच भी है, कुछ डेट साडा पाउंड दे विच भी है, ऑल नहीं होगा, हाँ भी गलत है। आंसर इज नाइदर। Consider the following statement. Purchasing power parity exchange rates are calculated by prices of same basket of goods and services in different countries. PPP exchange rate the definition ही यही है, बिल्कुल सही। In terms of PPP dollars, India is the 6th largest economy in the world। ना पता है PPP exchange rate के हिसाब नाल जे देखिए तो India is 3rd largest economy in the world। हाँ, nominal terms ਦੇ ਵਿੱਚ India is the 5th largest economy, और PPP ਦੇ ਵਿੱਚ India is the 3rd largest। So this statement is false. A, only one। चलो बस
ਹੁਣ ਅਸੀਂ ਅੱਜ ਇੰਨੇ ਹੀ ਕੁਐਸਚਨਸ ਕਰਾਂਗੇ 23 ਨੰਬਰ ਹੈਗੇ ਆ ਠੀਕ ਹੈ 23 ਕੁਐਸਚਨਸ ਕਰਾਂਗੇ ਤੇ ਇਹਨਾਂ ਦੇ ਥਰੂ ਆਈ ਐਮ ਹੋਪਿੰਗ ਤੁਹਾਡਾ ਪੂਰਾ ਫਿਸਕਲ ਪਾਲਿਸੀ ਤੇ ਆਪਣਾ ਐਕਸਟਰਨਲ ਸੈਕਟਰ ਰਿਵਾਈਜ਼ ਹੋ ਜਾਊਗਾ ਠੀਕ ਹੈ ਜਿਹੜੇ ਜਿਹੜੇ ਇੰਪੋਰਟੈਂਟ ਪੋਰਸ਼ਨ ਹੈਗੇ ਆ ਜ਼ਿਆਦਾਤਰ ਸਵਾਲ ਇਹੀ ਕਨਸੈਪਟਸ ਇਹਨਾਂ ਕਨਸੈਪਟਸ ਚੋਂ ਹੀ ਆਣਗੇ ਠੀਕ ਹੈ ਚਲੋ ਫਿਰ ਥੈਂਕ ਯੂ ਸੋ ਮਚ एवरीवन आई विल सी यू नेक्स्ट टाइम विद अनदर सेट ऑफ MCQs थैंक यू